बीजेपी ਦੀ ਨੁਮਾਇੰਦਗੀ ਦੇ ਹੇਠ ਜੇ ਹਲਕਾ ਸੁਜਾਨਪੁਰ ਚੱਲ ਰਿਹਾ ਸੀਗਾ, ਮੈਂ ਕਹਿੰਨੀ ਹੈ ਇਹ ਹੋਰ 15 ਸਾਲ ਪਿੱਛੇ ਤੁਰ ਗਿਆ ਜੀ। ਔਰ ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਹੋ ਜਿਹੇ ਲੋਕੀ ਨੁਮਾਇੰਦਗੀ ਕਰ ਰਹੇ ਨੇ ਕਿ ਲੋਕੀ ਤਰ੍ਹਾਂ ਤਰ੍ਹਾਂ ਕਰ ਰਹੇ ਨੇ। ਧਾਰ ਬਲਾਕ ਸਟੈਂਡ ਕਿੱਥੇ ਕਰਦਾ? ਮੈਂ ਕਹਿੰਨੀ ਹੈ ਕਿ ਇਹ ਇੰਨਾ ਕੁ ਪਿੱਛੇ ਜਾ ਚੁੱਕਿਆ ਕਿ ਵੀ ਇਹਨੂੰ ਫਿਰ ਲੀਹ ਤੇ ਲਿਆਉਣਾ ਬਹੁਤ ਔਖਾ ਕੰਮ ਹੈ। 15 ਸਾਲ ਤੋਂ ਜੇ ਦੂਜੀਆਂ ਸਰਕਾਰਾਂ ਇੱਥੇ ਬੈਠੀਆਂ ਸੀਗੀਆਂ, ਉਹਨਾਂ ਦੇ ਸੈਂਟਰ ਦੇ ਵਿੱਚ ਆਪਣੇ ਹੀ ਫੂਡ ਮਿਨਿਸਟਰ ਜਿਹੜੇ ਆਪਣੇ ਉਹਨਾਂ ਦੇ ਹੋਣ ਔਰ ਉਹ ਇੱਕ ਇੰਡਸਟਰੀ ਵੀ ਇੱਥੇ ਨਾ ਲੈ ਕੇ ਆ ਸਕਣ, ਬਹੁਤ ਸ਼ਰਮ ਦੀ ਗੱਲ ਹੈ ਜੀ। ਮੈਂ ਬਹੁਤ ਲੋਕਾਂ ਨੂੰ ਇਹ ਚੀਜ਼ ਦਾ ਚਾਨਣਾ ਪਾਉਣਾ ਚਾਹਾਂਗੀ, ਇਹ ਉਹਨਾਂ ਨੇ ਇਹ ਚੀਜ਼ ਜ਼ੋਨ ਨਹੀਂ ਬਣਾਇਆ, ਇਹ ਸਰਕਾਰਾਂ ਤੈਅ ਕਰਦੀਆਂ ਨੇ ਕਿ ਕਿਹੜਾ ਜ਼ੋਨ ਕਿਹੜੀ ਚੀਜ਼ ਲਈ ਪ੍ਰਫੁੱਲ ਹੈ। ਜੇ ਕੰਮਾਂ ਦੇ ਜੇ ਅਮਲ ਹੀ ਨਹੀਂ ਕਰਨਾ ਤੇ ਉਹ ਕੰਮ ਦੱਸਣ ਦਾ ਕੀ ਫਾਇਦਾ? ਜੇ ਕਹਿ ਰਹੇ ਕਿ ਵੀ ਆਪਾਂ ਸੜਕਾਂ ਬਣਾਈਆਂ ਤੇ ਫਿਰ ਐਡੇ ਐਡੇ ਗੋਡਿਆਂ ਜਿੰਨੇ ਟੋਏ ਉਹਦੇ ਵਿੱਚ। ਐਮਪੀ ਸਾਹਿਬ ਵੀ ਇਸ ਇਲਾਕੇ ਤੋਂ ਸੁਣਿਆ ਕਿ ਬਹੁਤ ਘੱਟ ਨਜ਼ਰ ਆਉਂਦੇ ਨੇ, ਕੀ ਕਹਿਣਾ ਉਹਦੇ ਬਾਰੇ? ਕਿਹੜੇ ਐਮਪੀ? ਮੈਡਮ ਸਾਡੇ ਸਾਂਸਦ, ਸਾਡੇ ਗੁਰਦਾਸਪੁਰ ਹਲਕੇ ਦੇ ਸਾਂਸਦ। ਮੈਨੂੰ ਤਾਂ ਪਤਾ ਨਹੀਂ ਕੌਣ ਨੇ, ਮੈਨੂੰ ਤਾਂ ਅੱਜ ਤੱਕ ਦੀ ਲੱਭੇ ਨਹੀਂ, ਲੋਕਾਂ ਨੂੰ ਵੀ ਨਹੀਂ ਲੱਭੇ, ਉਹ ਤਾਂ ਲੋਪ ਹੀ ਹੋ ਗਏ ਨੇ। ਤੁਸੀਂ ਕਿਸ ਤਰ੍ਹਾਂ ਆਪਣੇ ਅਗਰ ਟਿਕਟ ਤੁਹਾਨੂੰ ਮਿਲਦੀ ਹੈ ਤੇ ਤੁਸੀਂ ਬਾਕੀਆਂ ਨੂੰ ਕਿਸ ਤਰ੍ਹਾਂ ਇੱਕ ਝੰਡੇ ਥੱਲੇ ਲੈ ਕੇ? ਅਸੀਂ ਸਾਰੇ ਇਕੱਠੇ ਹਾਂ, ਕੋਈ ਇਹੋ ਜਿਹੀ ਗੱਲ ਹੀ ਨਹੀਂ। ਮੈਂ ਉਹਨਾਂ ਨਾਲ ਆ, ਉਹ ਮੇਰੇ ਨਾਲ ਨੇ, ਇਹੋ ਜਿਹਾ ਕੋਈ ਵੀ ਨਹੀਂ ਗੱਲ ਹੈਗੀ। ਔਰ ਅਸੀਂ ਜੇ ਕਿਸੇ ਹੋਰ ਨੂੰ ਵੀ ABC ਕਿਸੇ ਨੂੰ ਵੀ ਜੇ ਪਾਰਟੀ ਇਸ ਚੀਜ਼ ਤੇ ਨੁਮਾਇੰਦਾ ਬਣਾਉਂਦੀ ਹੈ ਤੇ ਅਸੀਂ ਉਹਦੇ ਨਾਲ ਖਲੋਤੇ, ਐਡੀ ਕਿਹੜੀ ਗੱਲ ਹੈ। ਜੈ ਹਿੰਦ ਦੋਸਤੋ, ਤੁਸੀਂ ਦੇਖ ਰਹੇ ਹੋ TNN ਔਰ TNN ਦਾ ਰਾਜਨੀਤਿਕ ਨੁਮਾਇੰਦਿਆਂ ਦਾ ਤੁਹਾਡੇ ਨਾਲ ਰੂਬਰੂ ਕਰਾਉਣ ਦਾ ਸਫ਼ਰ ਲਗਾਤਾਰ ਜਾਰੀ ਹੈ। ਅਸੀਂ ਗੱਲ ਕਰ ਰਹੇ ਹਾਂ ਹਲਕਾ ਸੁਜਾਨਪੁਰ ਦੀ, ਕਿਉਂਕਿ ਕੁਝ ਮਹੀਨਿਆਂ ਬਾਅਦ ਜਿਹੜੇ ਵਿਧਾਨ ਸਭਾ ਚੋਣਾਂ ਜਿਹੜੀਆਂ ਉਹ ਆਉਣੀਆਂ ਨੇ ਤੇ ਲੋਕਾਂ ਦੇ ਵਾਸਤੇ ਆਸਾਨੀ ਹੋ ਜਾਏਗੀ ਕਿ ਹਰ ਜਿਹੜਾ ਨੁਮਾਇੰਦਾ ਕਿਸੇ ਵੀ ਪਾਰਟੀ ਦਾ ਹੋਵੇ ਉਹਦੇ ਕੀ ਵਿਚਾਰ ਨੇ, ਉਹ ਹਲਕੇ ਬਾਰੇ ਕੀ ਸੋਚਦਾ ਹੈ। ਤੇ ਇਸੇ ਕੜੀ ਦੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਤੇ ਇੰਚਾਰਜ ਲੇ ਹਰਸਿਮਰਤ ਕੌਰ ਬਾਜਵਾ। ਗੱਲ ਕਰਾਂਗੇ ਉਹਦੇ ਨਾਲ। ਬਾਜਵਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ TNN ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ। ਮੈਡਮ, ਤੁਸੀਂ ਇਸ ਵੇਲੇ ਵਿਚਰ ਰਹੇ ਹੋ ਹਲਕਾ ਸੁਜਾਨਪੁਰ ਦੇ ਵਿੱਚ, ਤੇ ਜੇ ਗੱਲ ਕਰੀਏ ਤੇ ਹਲਕਾ ਸੁਜਾਨਪੁਰ ਜਿਹੜਾ ਆ ਉਹ ਪਿਛਲੇ 15 ਸਾਲ ਤੋਂ BJP ਦੀ ਹਕੂਮਤ ਦੇ ਵਿੱਚ ਰਿਹਾ। ਜੇ ਅਸੀਂ ਵਿਧਾਇਕ ਦੀ ਗੱਲ ਕਰੀਏ ਤੇ ਕਾਂਗਰਸ ਦੀ ਜ਼ਮੀਨ ਤੁਹਾਨੂੰ ਕਿੰਨੀ ਕੁ ਲੱਭ ਰਹੀ ਹੈ ਜੇ ਹਲਕਾ ਸੁਜਾਨਪੁਰ ਦੀ ਗੱਲ ਕਰੀਏ? ਜੇ ਪਿਛਲੇ 15 ਸਾਲ ਤੋਂ ਜੇ ਵੇਖਿਆ ਜਾਵੇ, ਜੇ BJP ਦੀ ਨੁਮਾਇੰਦਗੀ ਦੇ ਹੇਠ ਜੇ ਹਲਕਾ ਸੁਜਾਨਪੁਰ ਚੱਲ ਰਿਹਾ ਸੀਗਾ, ਮੈਂ ਕਹਿੰਨੀ ਹੈ ਇਹ ਹੋਰ 15 ਸਾਲ ਪਿੱਛੇ ਤੁਰ ਗਿਆ ਜੀ। ਔਰ ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਹੋ ਜਿਹੇ ਲੋਕੀ ਨੁਮਾਇੰਦਗੀ ਕਰ ਰਹੇ ਨੇ ਕਿ ਲੋਕੀ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਜੀ। ਜੀ ਮੈਡਮ, ਤੁਸੀਂ ਪਿੰਡ ਵੀ ਜਾ ਰਹੇ ਹੋ, ਪੰਚਾਂ ਸਰਪੰਚਾਂ ਨਾਲ ਵੀ ਮਿਲ ਰਹੇ ਹੋ, ਮੀਡੀਆ 'ਚ ਤੁਸੀਂ ਖਬਰਾਂ ਵੀ ਪੜ੍ਹਦੇ ਹੋਵੋਗੇ। ਧਾਰ ਬਲਾਕ ਨੂੰ ਤੁਸੀਂ ਕਿੱਥੇ ਖੜਾ ਦੇਖਦੇ ਹੋ? ਜਿਸ ਤਰ੍ਹਾਂ ਤੁਸੀਂ ਕਿਹਾ ਕਿ 15 ਸਾਲ ਪਿੱਛੇ ਚਲਾ ਗਿਆ, ਪਰ ਜੇ ਜ਼ਮੀਨੀ ਤੌਰ ਤੇ ਦੇਖਿਆ ਜਾਏ ਤੇ ਕਿੱਥੇ ਸਮਝਦੇ ਹੋ ਕਿ ਕੀ ਦਿੱਕਤਾਂ ਨੇ? ਜ਼ਮੀਨੀ ਪੱਧਰ ਤੇ ਵੇਖਿਆ ਜਾਵੇ ਤੇ ਧਾਰ ਬਲਾਕ ਜੇ ਸੁਜਾਨਪੁਰ ਨੂੰ ਆਪਾਂ ਸਟਾਰਟਿੰਗ ਜਦੋਂ ਆਪਾਂ ਮੋੜ ਗਿਣਦੇ ਆ ਜਾਂ ਹਿਮਾਚਲ ਦਾ ਪਹਿਲਾ ਮੋੜ ਆਪਾਂ ਜੇ ਦੇਖਿਆ ਜਾਵੇ ਤੇ ਧਾਰ ਬਲਾਕ ਪਹਿਲ ਦੇ ਆਧਾਰ ਤੋਂ ਸ਼ੁਰੂ ਹੁੰਦਾ ਬਿਲਕੁਲ, ਪਰ ਕਿਤੇ ਨਾ ਕਿਤੇ ਇਹਨੂੰ ਅਖੀਰ 'ਚ ਰੱਖਿਆ ਜਾਂਦਾ। ਔਰ ਜਿੱਥੇ ਤੁਸੀਂ ਗੱਲ ਕੀਤੀ ਕਿ ਧਾਰ ਬਲਾਕ ਸਟੈਂਡ ਕਿੱਥੇ ਕਰਦਾ, ਮੈਂ ਕਹਿੰਦੀ ਹਾਂ ਕਿ ਵੀ ਜਿੱਦਾਂ ਮੈਂ ਪਹਿਲੇ ਵੀ ਗੱਲ ਕਰ ਚੁੱਕੀ ਹਾਂ, ਇਹ ਇੰਨਾ ਕੁ ਪਿੱਛੇ ਜਾ ਚੁੱਕਿਆ ਕਿ ਵੀ ਇਹਨੂੰ ਫਿਰ ਲੀਹ ਤੇ ਲਿਆਉਣਾ ਬਹੁਤ ਔਖਾ ਕੰਮ ਹੈ। ਪਰ ਅਸੀਂ ਜਿਸ ਤਰੀਕੇ ਦੇ ਨਾਲ ਰੋਜ਼ ਲੋਕਾਂ 'ਚ ਵਿਚਰ ਰਹੇ ਹਾਂ ਔਰ ਲੋਕਾਂ ਨੂੰ ਉਹਨਾਂ ਦੀਆਂ ਜਿਹੜੀਆਂ ਸਮੱਸਿਆ ਜਿਹੜੀ ਉਹ ਸਾਨੂੰ ਦੱਸ ਰਹੇ ਨੇ, ਉਮੀਦ ਕਰਦੇ ਹਾਂ ਕਿ ਜਿਹੜੀ ਸਰਕਾਰ ਆਪਣੀ ਇਸ ਟਾਈਮ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਹੈ ਔਰ ਕਾਫੀ ਹੱਲ ਜਿਹੜੇ ਹੈਗੇ ਆ ਉਹ ਸਾਰੇ ਸਿਰੇ ਲੱਗ ਰਹੇ ਨੇ ਔਰ ਕਈ ਮੁਸ਼ਕਲਾਂ ਜਿਹੜੀਆਂ ਡੇਲੀ ਬੇਸਿਸ ਤੇ ਆ ਰਹੀਆਂ ਉਹਨਾਂ ਦਾ ਵੀ ਜਿਹੜਾ ਹੱਲ ਹੈਗਾ ਉਹ ਲਗਾਤਾਰ ਨਾਲ ਚੱਲੀ ਜਾ ਰਿਹਾ ਜੀ। ਤੇ ਮੈਡਮ, ਜਿਸ ਤਰ੍ਹਾਂ ਕਿ ਹੁਣ ਤੁਸੀਂ ਇਲਾਕੇ ਦੇ ਵਿੱਚ ਵਿਚਰ ਰਹੇ ਹੋ ਔਰ ਇਸ ਵੇਲੇ ਜੇ ਰਾਜਨੀਤਿਕ ਤੌਰ ਤੇ ਕਾਂਗਰਸ ਦੀ ਗੱਲ ਕਰੀਏ ਤੇ ਕੁਝ ਲੋਕ ਕਨਫਿਊਜ਼ ਜੇ ਨੇ ਕਿ ਬਹੁਤ ਸਾਰੇ ਲੋਕ ਇਸ ਵੇਲੇ ਕਹਿ ਰਹੇ ਨੇ ਕਿ ਅਸੀਂ ਕਾਂਗਰਸ ਦੀ ਨੁਮਾਇੰਦਗੀ ਕਰਾਂਗੇ ਔਰ ਸਾਡਾ ਕੰਮ ਦੇਖ ਕੇ ਪਾਰਟੀ ਸਾਨੂੰ ਟਿਕਟ ਦੇ ਰਹੀ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਤੇ ਜੇ ਡਾਇਰੈਕਟ ਪੁੱਛਾਂ ਤੇ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਟਰਸਟਿਡ ਹੈਗੇ ਹੋ ਟਿਕਟ ਨੂੰ ਲੈ ਕੇ? ਜੀ, ਬਹੁਤ ਹੀ ਇੱਕ ਸਵਾਲ ਤੁਸੀਂ ਜਿਹੜਾ ਪੁੱਛਿਆ ਹੈ, ਇਹ ਕਾਫੀਆਂ ਦਾ ਵਿਸ਼ਾ ਬਣਿਆ ਪਿਆ ਸੁਜਾਨਪੁਰ ਹਲਕੇ ਵਾਸਤੇ। ਔਰ ਜੇ ਤੇ ਰਹੀ ਨੁਮਾਇੰਦਗੀ ਦੀ ਗੱਲ, ਕਿਉਂਕਿ ਮੇਰਾ 13 ਸਾਲ ਸੰਗਠਨ ਦੇ ਨਾਲ ਵਫਾਦਾਰੀ ਦੇ ਨਾਲ ਕੰਮ ਕਰ ਰਹੀ ਹਾਂ ਮੈਂ, ਔਰ ਜੇ ਉਮੀਦ ਜੇ ਅਸੀਂ ਆਪਣੀ ਰੱਖਾਂਗੇ, ਮੈਂ ਉਮੀਦ ਕਰਦੀ ਹਾਂ ਕਿ ਹਾਈ ਕਮਾਂਡ ਇਸ ਚੀਜ਼ ਨੂੰ ਜ਼ਰੂਰ ਵੇਖੇਗੀ। ਔਰ ਜਿੱਥੇ ਰਹੀ ਗੱਲ, ਅੱਜ ਤੱਕ ਹਮੇਸ਼ਾ ਸੁਜਾਨਪੁਰ ਹਲਕੇ ਦੇ ਵਿੱਚ ਕਦੀ ਵੀ ਜਿਹੜੀ ਫੀਮੇਲ ਕੈਂਡੀਡੇਟ ਸੀਗੀ ਉਹਨਾਂ ਨੇ ਕਦੀ ਵੀ ਆਪਣੀ ਜਿਹੜੀ ਨਾਮਜ਼ਦ ਸੀਗਾ ਉਹ ਕਦੀ ਨਹੀਂ ਸੀ ਭਰਿਆ, ਪਰ ਦਾਅਵੇਦਾਰੀ ਉਹਨਾਂ ਨੇ ਕਦੀ ਨਹੀਂ ਰੱਖੀ। ਔਰ ਮੈਂ ਉਮੀਦ ਇਹੀ ਕਰਦੀ ਹਾਂ, ਬੀਇੰਗ ਅ ਵੂਮਨ,
ਜਿੱਦਾਂ ਅਸੀਂ ਹਲਕਾ ਸੁਜਾਨਪੁਰ ਦੀ ਗੱਲ ਕਰੀਏ, ਬਹੁਤ ਔਖੀਆਂ ਔਰ ਤਕਲੀਫ ਦੇ ਵਿੱਚ ਜਿਹੜੀਆਂ ਆਮ ਮਰਾ ਜਨਾਨੀਆਂ ਦੇ ਨਾਲ ਗੱਲ ਕੀਤੀ ਜਾਂਦੀ ਹੈ, ਰੂਬਰੂ ਕੀਤਾ ਜਾਂਦਾ, ਉਹਨਾਂ ਨੂੰ ਬਹੁਤ ਦਿੱਕਤਾਂ ਸਹਿਣੀਆਂ ਪੈ ਰਹੀਆਂ। ਮੈਂ ਉਮੀਦ ਕਰਦੀ ਹਾਂ ਸ਼ਾਇਦ ਮੈਂ ਉਹਨਾਂ ਦਾ ਇੱਕ ਮਸੀਹਾ ਬਣ ਸਕਾਂ ਔਰ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀਆਂ ਉਮੀਦਾਂ ਆ ਉਹਨਾਂ 'ਤੇ ਖਰਾ ਉਤਰਾਂ। ਔਰ ਜਿੱਥੇ ਰਹੀ ਤੁਸੀਂ ਉਮੀਦ ਦੀ ਗੱਲ ਕੀਤੀ ਕਿ ਸ਼ਾਇਦ ਤੁਸੀਂ ਚਾਹਵਾਨ ਹੋ, ਹਾਂ ਇਹ ਚਾਹਵਾਨ ਮੈਂ ਨਹੀਂ ਕਹਿ ਰਹੀ, ਮੈਂ ਇਹ ਗੱਲ ਕਹਿਣਾ ਚਾਹੁੰਦੀ ਕਿ ਕੋਈ ਵੀ ਵੂਮਨ ਹੋਵੇ ਪਰ ਵੂਮਨ ਕੈਂਡੀਡੇਟ ਹੋਣਾ ਚਾਹੀਦਾ, ਜਿਹੜੀ ਕਿ ਕਾਫੀ ਦੇਰ ਹੋ ਗਈ ਪੁਰਸ਼ਾਂ ਨੇ ਤਾਂ ਜਿੱਦਾਂ ਚਲਾਉਣੀ ਸੀ ਉਹ ਤਾਂ ਉਹਨਾਂ ਨੇ ਚਲਾ ਹੀ ਲਈ ਹੈ। ਅਖੀਰ 15 ਸਾਲਾਂ 'ਚ ਜੋ ਉਹਨਾਂ ਨੇ ਖਿੱਚਿਆ ਕੰਮ ਉਹ ਸਾਰਿਆਂ ਨੂੰ ਪਤਾ। ਔਰ ਮੈਂ ਉਮੀਦ ਕਰਦੀ ਹਾਂ ਕਿ ਵੀ ਜੇ ਕਿਸੇ ਵੀ ਵੂਮਨ ਕੈਂਡੀਡੇਟ ਨੂੰ ਇੱਥੇ ਖਿਲਾਰਿਆ ਜਾਂਦਾ ਔਰ ਜ਼ਰੂਰ ਜਿੱਤ ਦਾ ਜਿਹੜਾ ਮੂੰਹ ਆ ਉਹ ਕਾਂਗਰਸ ਪਾਰਟੀ ਦੇਖੇਗੀ। ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਕਿ ਇੱਕ ਮਹਿਲਾ ਸਭ ਤੇ ਭਾਰੀ। ਬਿਲਕੁਲ ਜੀ, ਇੱਕ ਮਹਿਲਾ ਸਭ ਤੇ ਜੀ। ਤੇ ਮੈਡਮ ਗੱਲ ਕਰਾਂਗੇ, ਖਾਲੀ ਦਾਅਵੇਦਾਰੀ ਨਾਲ ਕੁਝ ਨਹੀਂ ਹੁੰਦਾ। ਇਲਾਕੇ ਦੇ ਵਿੱਚ ਲੋਕਾਂ ਨੂੰ ਕੀ ਨੀਡਸ ਹੈ, ਕੀ ਲੋੜ ਹੈ, ਫਿਰ ਉਸ ਲੋੜ ਨੂੰ ਤੁਸੀਂ ਪੂਰੇ ਕਿੱਦਾਂ ਕਰਦੇ ਹੋ? ਮੰਨ ਲਓ ਪਾਰਟੀ ਤੁਹਾਨੂੰ ਟਿਕਟ ਦਿੰਦੀ ਹੈ ਔਰ ਲੋਕ ਤੁਹਾਨੂੰ ਆਪਣਾ ਪਿਆਰ ਦਿੰਦੇ ਆ ਔਰ ਤੁਸੀਂ ਜਿੱਤ ਜਾਂਦੇ ਹੋ, ਤੇ ਜੇ ਬਲੂ ਪ੍ਰਿੰਟ ਦੀ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੇ ਕੰਮ ਹੈ ਜਿਹੜੇ ਤੁਸੀਂ ਪਹਿਲਾਂ ਧਾਰ ਬਲਾਕ ਦੇ ਸੁਜਾਨਪੁਰ ਦੇ ਕੰਮ ਫੜੋਗੇ ਔਰ ਉਹਨਾਂ ਨੂੰ ਸਿਰੇ ਲਾਓਗੇ? ਜਿੱਦਾਂ ਕਿ ਮੇਨ ਗੱਲ ਜਿਹੜੀ ਮੈਂ ਤੁਹਾਨੂੰ ਰੱਖਣਾ ਚਾਹਾਂਗੀ, ਬਲੂ ਪ੍ਰਿੰਟ ਦੇ ਰਾਹੀਂ ਜਿਹੜਾ ਆਪਣਾ ਮੈਨੀਫੈਸਟੋ ਜਿਹਨੂੰ ਆਪਾਂ ਕਹਿ ਦਿੰਦੇ ਇੱਕ ਤਰ੍ਹਾਂ ਦਾ, ਉਹਦੇ ਵਿੱਚ ਜਿੱਦਾਂ ਹਸਪੀਟਲ ਦੀ ਦਿੱਕਤ ਬਹੁਤ ਜਿਹੜਾ ਵੇਖਣ ਨੂੰ ਮਿਲ ਰਹੀ ਹੈ। ਦੂਜਾ ਪਾਣੀ ਦੀ ਬਹੁਤ ਕਿੱਲਤ ਹੈ। ਤੀਜਾ ਇੱਥੇ ਹੋਰ ਕੋਈ ਸਮੱਸਿਆ ਜਿੱਦਾਂ ਟਾਵਰ ਦੀ ਬਹੁਤ ਸਮੱਸਿਆ, ਜਿੱਦਾਂ ਦਰੰਗਖੜ ਚਲ ਜਾਓ। ਹੁਣ ਅੱਜ ਦੀ ਜਿੱਦਾਂ ਕੋਵਿਡ ਦਾ ਜਿੱਦਾਂ ਦੂਜੀ ਲਹਿਰ ਗਈ ਹੈ, ਪਹਿਲੀ ਲਹਿਰ ਗਈ ਹੈ, ਲੋਕੀ ਹਰ ਜਗ੍ਹਾ ਆਪਣੇ ਬੱਚਿਆਂ ਨੂੰ ਇੰਟਰਨੈਟ ਤੇ ਪੜ੍ਹਾ ਰਹੇ ਸੀਗੇ, ਪਰ ਦੇਖਿਆ ਜਾਵੇ ਉੱਥੇ ਬੱਚਿਆਂ ਕੋਲੋਂ ਮੋਬਾਈਲ ਸੀਗੇ ਪਰ ਟਾਵਰ ਦੀ ਰੇਂਜ ਦੇ ਨਾ ਕਰਕੇ ਬੱਚੇ ਜਿਹੜੀ ਹੈ ਉਹ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕੇ, ਸਿਗਨਲ ਸਟਰੈਂਥ ਨਹੀਂ ਸੀਗੀ। ਔਰ ਅਸੀਂ ਡੀਸੀ ਸਾਹਿਬ ਨੂੰ ਇਸ ਚੀਜ਼ ਦੀ ਅਪੀਲ ਕੀਤੀ ਸੀਗੀ ਔਰ ਕਾਫੀ ਇਹਨਾਂ ਨੂੰ ਜਿਹੜਾ ਕੰਮ ਸੀਗਾ ਇਹ ਗੰਭੀਰ ਤਰੀਕੇ ਨਾਲ ਵੇਖਿਆ ਗਿਆ ਔਰ ਜਿਹੜਾ ਇਹ ਕੰਮ ਹੈ ਇਹ ਪਾਈਪਲਾਈਨ 'ਚ ਪੈ ਚੁੱਕਿਆ। ਔਰ ਉਮੀਦ ਕਰਦੀ ਹਾਂ ਕਿ ਜਲਦੀ ਹੀ ਦਰੰਗਖੜ ਵਰਗੇ ਜਾਂ ਹੋਰ ਲਾਗੇ ਜਿਹੜੇ ਪਿੰਡ ਹੋਣਗੇ ਉਹਨਾਂ ਦੇ ਵਿੱਚ ਜਿਹੜੀ ਟਾਵਰ ਦੀ ਸੁਵਿਧਾ ਹੈ ਉੱਥੇ ਜ਼ਰੂਰ ਪਹੁੰਚੇਗੀ। ਮੈਡਮ ਤੁਸੀਂ ਇੱਕ ਫੀਮੇਲ, ਤੁਸੀਂ ਯੁਵਾ ਹੋ, ਕੀ ਸੋਚ ਹੈ ਤੁਹਾਡੀ ਇੱਥੋਂ ਦੀ ਕੁੜੀਆਂ ਵਾਸਤੇ, ਜਿਹੜੀਆਂ ਕੁੜੀਆਂ ਇੱਥੇ ਕੰਮ ਕਰ ਰਹੀਆਂ? ਵੈਸੇ ਤਾਂ ਬਹੁਤ ਘੱਟ ਕੰਮ ਕਰਦੀਆਂ ਨੇ ਕਿਉਂਕਿ ਬੈਕਵਰਡ ਏਰੀਆ ਗਿਣਿਆ ਜਾਂਦਾ, ਤੇ ਪਰ ਫਿਰ ਵੀ ਕੁਝ ਲੜਕੀਆਂ ਪਠਾਨਕੋਟ ਜਾ ਕੇ ਕਾਰਪੋਰੇਟ ਵਿੱਚ ਵੀ ਕੰਮ ਕਰ ਰਹੀਆਂ ਨੇ ਜਾਂ ਫਿਰ ਹੋਰ ਵੀ ਕੰਮ ਕਰ ਰਹੀ, ਉਹਨਾਂ ਵਾਸਤੇ ਕੋਈ ਸਟ੍ਰੈਟਜੀ ਹੈਗੀ ਹੈ? ਕਿਉਂਕਿ ਇੱਕ ਫੀਮੇਲ ਜਿਹੜੀ ਆ ਉਹ ਫੀਮੇਲ ਦਾ ਦਰਦ ਬਹੁਤ ਜਲਦੀ ਸਮਝ ਸਕਦੀ ਹੈ। ਕਿ ਕਾਫੀ ਦਿੱਕਤਾਂ ਜਿਹੜੀਆਂ ਹੈਗੀਆਂ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਵੀ ਸੁਜਾਨਪੁਰ ਹਲਕੇ ਨੂੰ ਵੇਖਣ ਨੂੰ ਮਿਲ ਰਹੀਆਂ ਨੇ। ਬੀਇੰਗ ਅ ਵੂਮਨ, ਜਿੱਦਾਂ ਆਪਾਂ ਕੁੜੀਆਂ ਦੀ, ਹੁਣੇ ਤੁਸੀਂ ਮੈਨੂੰ ਪੁੱਛਿਆ ਕਿ ਕੁੜੀਆਂ ਵਾਸਤੇ ਕੀ ਕੀਤਾ ਜਾਏਗਾ, ਸਭ ਤੋਂ ਜਿਹੜਾ ਵੱਡਾ ਕੰਮ ਜੇ ਕਿਤੇ ਪਰਮਾਤਮਾ ਨੇ ਸਾਡੀ ਸੁਣੀ ਜਾਂ ਭਾਗ ਲਾਏ ਤਾਂ ਸਭ ਤੋਂ ਪਹਿਲੋਂ ਇੱਕ ਵੂਮਨ ਕਾਲਜ ਜਿਹੜਾ ਆਫ ਕਮਰਸ, ਮੇਰੀ ਇੱਕ ਦਿੱਲੀ ਇੱਛਾ ਹੈ ਕਿ ਵੀ ਕੁੜੀਆਂ ਵਾਸਤੇ ਇੱਥੇ ਖੋਲ੍ਹਿਆ ਜਾਵੇ, ਕਿਉਂਕਿ ਕੁੜੀਆਂ ਇੱਥੋਂ ਬਹੁਤ ਦੂਰ ਦੂਰ ਤੱਕ ਆਪਣਾ ਪੈਂਡਾ ਤੈਅ ਕਰਕੇ ਉਹ ਵੱਖਰੇ ਵੱਖਰੇ ਥਾਵਾਂ 'ਤੇ ਜਾਂਦੀਆਂ ਨੇ। ਪਰ ਪੜ੍ਹਾਈ ਇੱਕ ਮੇਨ ਮੁੱਦਾ ਜਿਹੜਾ ਕੁੜੀਆਂ ਵਾਸਤੇ ਆਪਾਂ ਚਾਹੁੰਦੇ ਹਾਂ, ਕਿਉਂਕਿ ਬਾਰਡਰ ਏਰੀਆ, ਕੰਢੀ ਏਰੀਆ ਕਰਕੇ ਕੁੜੀਆਂ ਮੁੰਡੇ ਭਰਤੀ ਬਹੁਤ ਵੇਖਦੇ ਨੇ ਔਰ ਉਸ ਕਰਕੇ ਅਸੀਂ ਇਹ ਚੀਜ਼ ਚਾਹੁੰਦੇ ਹਾਂ ਕਿ ਵੀ ਸਾਡੇ ਕੋਲ ਇਹੋ ਜਿਹੀ ਇੱਕ ਸਮਾਧਾਨ ਚੀਜ਼ ਹੋਵੇ ਲੋਕਾਂ ਵਾਸਤੇ, ਜਿਹੜੀ ਆਪਾਂ ਲੋਕਾਂ ਤੱਕ ਅਪਰੋਚ ਕਰ ਸਕੀਏ ਔਰ ਲੋਕਾਂ ਨੂੰ ਉਹਦੀਆਂ ਸਹੂਲਤਾਂ ਲੋਕਾਂ ਨੂੰ ਦੇ ਸਕੀਏ। ਮੈਡਮ ਕੁੜੀਆਂ ਤੱਕ ਤੇ ਗੱਲ ਠੀਕ ਹੈ ਕਿ ਤੁਸੀਂ ਕਹਿ ਕਿ ਇੱਕ ਵੂਮਨ ਕਾਲਜ ਹੈਗਾ, ਤੇ ਜੇ ਗੱਲ ਮੁੰਡਿਆਂ ਦੀ ਕਰੀਏ, ਕਿਉਂਕਿ ਬਹੁਤ ਸਾਰੀ ਤਾਦਾਦ ਇੱਥੇ ਨੌਜਵਾਨ ਜਿਹੜਾ ਬੇਰੋਜ਼ਗਾਰ ਆ, ਉਹਦੇ ਬਾਰੇ ਕੀ ਸੋਚਿਆ ਮੈਡਮ? ਸਰ ਇਹਦੇ ਬਾਰੇ ਅਸੀਂ ਇੱਕ ਪ੍ਰਪੋਜ਼ਲ ਰੈਡੀ ਕੀਤੀ ਹੈ ਕਿ ਵੀ ਜਿੱਦਾਂ ਭਰਤੀਆਂ ਪੰਜਾਬ ਪੁਲਿਸ ਦੀ ਹੋ ਗਈਆਂ ਬਾਰਡਰ ਏਰੀਆ ਕਰਕੇ, ਮੈਂ ਪਹਿਲੇ ਵੀ ਜਿੱਦਾਂ ਕਹਿ ਸੀ ਕੰਢੀ ਏਰੀਆ ਬਾਰਡਰ ਏਰੀਆ ਕਰਕੇ, ਜਿੱਦਾਂ ਪੰਜਾਬ ਪੁਲਿਸ ਦੀਆਂ ਭਰਤੀਆਂ ਹੋ ਗਈਆਂ, CRP ਦੀਆਂ ਹੋ ਗਈਆਂ, ਮਤਲਬ ਹੋਰ ਕਈ ਵੀ ਭਰਤੀਆਂ, ਡਿਫੈਂਸ ਸਰਵਿਸਿਜ਼ ਜਿੰਨੀਆਂ ਵੀ ਹੋ ਗਈਆਂ, ਆਪਾਂ ਉਹਨਾਂ ਵਾਸਤੇ ਇੱਕ ਮੇਰੀ ਇੱਕ ਪ੍ਰਪੋਜ਼ਲ ਆਲਰੇਡੀ ਚੱਲ ਰਹੀ ਹੈ। ਉਹਦੇ ਵਿੱਚ ਆਪਾਂ ਇੱਕ ਗਰਾਊਂਡ ਜਿਹੜੀ ਹੈ ਰੈਡੀ ਕਰ ਰਹੇ ਹਾਂ, ਉਹਦੇ ਵਿੱਚ ਆਪਾਂ ਬੱਚਿਆਂ ਨੂੰ ਫ੍ਰੀ ਕੋਚ ਦੇਵਾਂਗੇ ਔਰ ਕੋਚ ਦੇ ਨਾਲ ਇੱਕ ਟਾਈਮ ਦਾ ਮੀਲ ਵੀ ਦੇਵਾਂਗੇ ਮੁੰਡਿਆਂ ਨੂੰ। ਔਰ ਅਸੀਂ ਉਮੀਦ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਯੂਥ ਹੈਗਾ ਉਹ ਸਾਡੇ ਨਾਲ ਜੁੜੇਗਾ ਔਰ ਨਸ਼ਿਆਂ ਤੋਂ ਦੂਰ ਰਹੇਗਾ। ਮੈਡਮ ਤੁਸੀਂ ਬਹੁਤ ਵਧੀਆ ਗੱਲ ਸ਼ਾਇਦ ਪਰਖੀ ਹੋਏਗੀ ਕਿ ਬਹੁਤ ਸਾਰੇ ਨੌਜਵਾਨ ਇੱਥੇ ਡਿਫੈਂਸ 'ਚ ਜਾਣਾ ਚਾਹੁੰਦੇ ਨੇ, ਉਹ ਕਿਤੇ ਨਾ ਕਿਤੇ ਮਜਬੂਰੀ ਵੀ ਹੈਗੀ ਹੈ, ਕੋਈ ਐਡਾ ਵੱਡਾ ਬਿਜ਼ਨਸ ਨਹੀਂ ਇੱਥੇ, ਕੋਈ ਐਡੀ ਵੱਡੀ ਇੰਡਸਟਰੀ ਨਹੀਂ। ਕਿਉਂਕਿ ਮੈਂ ਇੰਡਸਟਰੀ ਦਾ ਨਾਮ ਲਿਆ ਤੇ ਇੰਡਸਟਰੀਅਲ ਏਰੀਆ ਜ਼ਰੂਰ ਹੈਗਾ ਬਟ ਇੰਨਾ ਡਿਵੈਲਪ ਨਹੀਂ ਹੈਗਾ। ਉਹਦੇ ਬਾਰੇ ਕੀ ਕਹਿਣਾ ਕਿ ਤੁਹਾਡੇ ਕੋਲ ਕੋਈ ਪਲਾਨ ਹੈਗਾ ਕਿ ਜਿਸ ਤਰੀਕੇ ਇਸ ਏਰੀਆ ਨੂੰ ਜਿਹੜਾ ਡਿਵੈਲਪ ਕੀਤਾ ਜਾਏ? ਬਿਲਕੁਲ ਜੀ, ਇਸ ਏਰੀਏ ਨੂੰ ਬਹੁਤ ਤਰੀਕੇ ਨਾਲ ਡਿਵੈਲਪ ਕੀਤਾ ਜਾ ਸਕਦਾ, ਬਹੁਤ ਕੋਸ਼ਿਸ਼ ਹੈ ਇਹਦੇ ਵਿੱਚ। ਜਿੱਦਾਂ ਆਪਾਂ ਐਗਰੀਕਲਚਰ ਨੂੰ ਲੈ ਕੇ ਚੱਲੀਏ, ਹੁਣ ਜਿੱਦਾਂ ਅੱਜ ਅਸੀਂ ਧਾਰ ਬਲਾਕ ਦੇ ਵਿੱਚ ਬੈਠੇ ਹਾਂ, ਇਸ ਟਾਈਮ ਅਸੀਂ ਦਨੇਰੇ ਦੇ ਵਿੱਚ ਹਾਂ। ਆਪਾਂ ਜੇ ਦਨੇਰੇ ਦੀ ਗੱਲ ਕਰੀਏ, ਇੱਥੇ ਅੰਬ ਪਾਪੜ ਬਹੁਤ ਜ਼ਿਆਦਾ ਵਿਕਦਾ, ਪਰ ਜੇ ਇੱਥੇ ਅੰਬ ਪਾਪੜ ਵਿਕਦਾ ਤੇ ਫਿਰ ਜੇ 15 ਸਾਲ ਤੋਂ ਜੇ ਦੂਜੀਆਂ ਸਰਕਾਰਾਂ ਇੱਥੇ ਬੈਠੀਆਂ ਸੀਗੀਆਂ, ਉਹਨਾਂ ਦੇ ਸੈਂਟਰ ਦੇ ਵਿੱਚ
ਆਪਣੇ ਹੀ ਆਪਣੇ ਫੂਡ ਮਿਨਿਸਟਰ ਜਿਹੜੇ ਆਪਣੇ ਉਹਨਾਂ ਦੇ ਹੋਣ ਔਰ ਉਹ ਇੱਕ ਇੰਡਸਟਰੀ ਵੀ ਇੱਥੇ ਨਾ ਲੈ ਕੇ ਆ ਸਕਣ। ਬਹੁਤ ਸ਼ਰਮ ਦੀ ਗੱਲ ਹੈ। ਪਿੱਛੇ ਜੀ ਮੈਂ ਕਿਤੇ ਉਹਨਾਂ ਦੀ ਇੰਟਰਵਿਊ ਵੀ ਸੁਣੀ ਸੀ, ਉਹਨਾਂ ਨੇ ਕਾਫੀ ਲੋਕਾਂ 'ਚ ਕਹਿ ਰਹੇ ਸੀਗੇ ਕਿ ਅਸੀਂ ਲੀਚੀ ਜ਼ੋਨ ਬਣਾਇਆ ਜੀ। ਮੈਂ ਬਹੁਤ ਲੋਕਾਂ ਨੂੰ ਇਹ ਚੀਜ਼ ਦਾ ਚਾਨਣਾ ਪਾਉਣਾ ਚਾਹਾਂਗੀ, ਇਹ ਉਹਨਾਂ ਨੇ ਲੀਚੀ ਜ਼ੋਨ ਨਹੀਂ ਬਣਾਇਆ, ਇਹ ਸਰਕਾਰਾਂ ਤੈਅ ਕਰਦੀਆਂ ਨੇ ਕਿ ਕਿਹੜਾ ਜ਼ੋਨ ਕਿਹੜੀ ਚੀਜ਼ ਲਈ ਪ੍ਰਫੁੱਲ ਹੈ। ਜੇ ਸਪੋਜ਼ ਕਰੋ ਕਿ ਅੱਜ ਅਸੀਂ ਪਠਾਨਕੋਟ ਦੀ ਗੱਲ ਕਰੀਏ ਲੀਚੀ ਜ਼ੋਨ ਦੀ, ਤੇ ਇੱਦਾਂ ਗੁਰਦਾਸਪੁਰ ਸਾਡੇ ਲਾਗੇ ਪੈਂਦਾ, ਉੱਥੇ ਗੰਨਾ ਉਗਦਾ, ਉਹ ਸ਼ੂਗਰ ਕੇਨ ਏਰੀਆ, ਇਸ ਕਰਕੇ ਇਹਨਾਂ ਨੇ ਨਹੀਂ ਲੀਚੀ ਜ਼ੋਨ ਬਣਾਇਆ। ਚਲੋ ਆਪਾਂ ਮੰਨ ਲੈਂਦੇ 1% ਕਿ ਇਹਨਾਂ ਨੇ ਲੀਚੀ ਜ਼ੋਨ ਬਣਾ ਲਿਆ, ਤੇ ਜੇ ਇਹਨਾਂ ਨੇ ਲੀਚੀ ਜ਼ੋਨ ਬਣਾ ਲਿਆ ਤੇ ਇੰਡਸਟਰੀ ਵੀ ਲੈ ਕੇ ਆਉਂਦੇ, ਕੋਈ ਜੂਸ ਫੈਕਟਰੀ ਲਾ ਲੈਂਦੇ, ਲੋਕਾਂ ਨੂੰ ਰੋਜ਼ਗਾਰ ਦੇ ਲੈਂਦੇ, ਤੇ ਲੋਕੀ ਇਹ ਵੀ ਸੋਚਦੇ ਕਿ ਵੀ ਹਾਂ ਜੀ ਨੁਮਾਇੰਦਾ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ। ਔਰ ਇੱਥੋਂ ਲੋਕਾਂ ਦੀ ਮੇਨ ਮੁਸ਼ਕਿਲ ਹੀ ਇਹੀ ਹੈ, ਜੇ ਕਿਤੇ ਕੋਈ ਵੀ ਪਲਾਂਟ ਲੱਗ ਰਿਹਾ ਉੱਥੋਂ ਬਾਹਰੋਂ ਲੋਕੀ ਆ ਕੇ ਸਰਪਲਸ ਆ ਕੇ ਆਪਣੀਆਂ ਜੌਬਸ ਕਰ ਰਹੇ ਨੇ, ਤੇ ਫਿਰ ਸੁਜਾਨਪੁਰ ਹਲਕੇ ਨੂੰ ਕਿਉਂ ਨਕਾਰਿਆ ਜਾ ਰਿਹਾ? ਇੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਸੁੱਖ ਸੁਵਿਧਾਵਾਂ ਕਿਉਂ ਨਹੀਂ ਦਿੱਤੀ ਜਾ ਰਹੀਆਂ? ਮੈਡਮ ਤੁਸੀਂ ਗੱਲ ਕੀਤੀ ਕਿ ਵਿਧਾਇਕ ਸਾਹਿਬ ਨੇ ਕਿਹਾ ਸੀਗਾ ਕਿ ਲੀਚੀ ਜ਼ੋਨ ਬਣਾਤਾ, ਉਹਨਾਂ ਨੇ ਮੈਡਮ ਹੋਰ ਵੀ ਬਹੁਤ ਸਾਰੇ ਕੰਮ ਗਿਣਾਏ ਸੀਗੇ, ਕਾਲਜ ਦੇ ਦਿੱਤਾ, ITI ਕਾਲਜ ਦੇ ਦਿੱਤਾ, ਫਿਰ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਦਿੱਤਾ, ਫਿਰ ਉਹਨਾਂ ਨੇ ਸੜਕਾਂ ਵੀ ਕਹਿੰਦੇ ਅਸੀਂ ਕਿਤੇ ਨਾ ਕਿਤੇ ਦਿੱਤੀਆਂ। ਉਹ ਗੱਲ ਬਾਤ ਦੀ ਹੈ ਕਿ ਸੱਚਾਈ ਕੀ ਹੈ ਸਾਰਿਆਂ ਨੂੰ ਪਤਾ। ਕਾਫੀ ਸਾਰੇ ਕੰਮ ਉਹਨਾਂ ਨੇ ਗਿਣਵਾਏ, ਉਹਦੇ ਤੇ ਕੀ ਕਹਿਣਾ ਤੁਹਾਡਾ? ਦੇਖੋ ਕੰਮਾਂ ਗਨਾਣ ਨਾਲ ਨਹੀਂ, ਕੰਮ ਵੇਖਣੇ ਚਾਹੀਦੇ ਨੇ। ਗਨਾਣ ਨੂੰ ਕੀ ਹੈ, ਮੈਂ ਤੇ 50 ਗਣਾ ਦਾਂਗੀ ਇੱਥੇ ਤੁਹਾਡੇ ਸਾਹਮਣੇ, ਤੁਹਾਡੇ ਕੈਮਰੇ ਦੇ ਮਾਧਿਅਮ ਰਾਹੀਂ। ਜੇ ਕੰਮਾਂ ਦੇ ਜੇ ਅਮਲ ਹੀ ਨਹੀਂ ਕਰਨਾ ਤੇ ਉਹ ਕੰਮ ਦੱਸਣ ਦਾ ਕੀ ਫਾਇਦਾ? ਜੇ ਕਹਿ ਰਹੇ ਕਿ ਵੀ ਆਪਾਂ ਸੜਕਾਂ ਬਣਾਈਆਂ ਤੇ ਫਿਰ ਐਡੇ ਗੋਡਿਆਂ ਜਿੰਨੇ ਟੋਏ ਉਹਦੇ ਵਿੱਚ। ਸਰਕਾਰ ਤਾਂ ਚਲੋ ਆਪਾਂ ਇਹ ਗੱਲ ਮੰਨਦੇ ਹਾਂ ਕਿ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਹੈ, ਅਸੀਂ ਉਹਨਾਂ ਦੇ ਇੱਕ ਸਿਪਾਹੀ ਆ ਜਿਹੜੇ ਕਾਂਗਰਸ ਪਾਰਟੀ 'ਚ ਕੰਮ ਕਰ ਰਹੇ, ਯੂਥ ਕਾਂਗਰਸ ਪੱਖੋਂ। ਪਰ ਜੇ ਵੇਖਿਆ ਜਾਵੇ ਤੇ ਨੁਮਾਇੰਦਗੀ ਤੇ ਇਸ ਟਾਈਮ ਇਹ ਆਪ ਖੁਦ ਕਰ ਰਹੇ ਨੇ ਨਾ। ਔਰ ਜੇ ਦੇਖਿਆ ਜਾਵੇ ਜੇ ਇਹਨਾਂ ਦੇ ਜਜ਼ਬਾ ਹੋਵੇ, ਇੰਨਾ ਕੁਝ ਹੋਵੇ, ਇਹ ਤਾਂ ਚਲੋ ਆਪਾਂ 4.5 ਸਾਲ ਦੀ ਗੱਲ ਕੀਤੀ ਹੈ, ਤੇ ਪਿਛਲੇ 10 ਸਾਲਾਂ 'ਚ ਕੀ ਕੀਤਾ? ਤੇ ਜੇ 10 ਸਾਲਾਂ 'ਚ ਕੀ, 10 ਸਾਲਾਂ 'ਚ ਤੇ ਸੈਂਟਰ ਦੀ ਇਹਨਾਂ ਦੀ ਸਰਕਾਰ ਸੀ, ਹੁਣ ਵੀ ਤੇ MP ਇਹਨਾਂ ਦਾ ਹੈ। ਜੇ ਚਾਹਵੇ ਤਾਂ ਬੰਦਾ ਬਹੁਤ ਕੁਝ ਕਰ ਸਕਦਾ। ਮੈਂ ਤਾਂ ਕਹਿੰਦੀ ਹਾਂ ਜੇ ਅਸੀਂ ਇਹਨਾਂ ਦੇ ਥਾਂ ਤੇ ਹੁੰਦੇ, ਅਸੀਂ ਤਾਂ ਭਾਵੇਂ ਚੰਦ ਤੋਂ ਤਾਰੇ ਵੀ ਲਾ ਲਿਆਂਦੇ। ਜੀ ਮੈਮ, ਤੁਸੀਂ ਜ਼ਿਕਰ ਕੀਤਾ MP ਸਾਹਿਬ ਦਾ। MP ਸਾਹਿਬ ਵੀ ਇਸ ਇਲਾਕੇ ਤੋਂ ਸੁਣਿਆ ਕਿ ਬਹੁਤ ਘੱਟ ਨਜ਼ਰ ਆਉਂਦੇ ਨੇ, ਕੀ ਕਹਿਣਾ ਹੁੰਦੇ ਵਾ? ਕਿਹੜੇ MP? ਮੈਡਮ ਸਾਡੇ ਸਾਂਸਦ, ਸਾਡੇ ਗੁਰਦਾਸਪੁਰ ਹਲਕੇ ਦੇ ਸਾਂਸਦ। ਮੈਨੂੰ ਤਾਂ ਪਤਾ ਨਹੀਂ ਕੌਣ ਨੇ, ਮੈਨੂੰ ਤਾਂ ਅੱਜ ਤੱਕ ਦੀ ਲੱਭੇ ਨਹੀਂ, ਲੋਕਾਂ ਨੂੰ ਵੀ ਨਹੀਂ ਲੱਭੇ, ਉਹ ਤਾਂ ਲੋਪ ਹੀ ਹੋ ਗਏ ਨੇ। ਅਸੀਂ ਤਾਂ ਸਨੀ ਦਿਓਲ ਦੀ ਗੱਲ ਕਰ ਰਹੇ, ਅਸੀਂ ਤਾਂ ਕਦੇ ਉਹਨਾਂ ਨੂੰ MP ਮੰਨਿਆ ਹੀ ਨਹੀਂ ਜੀ। ਅਸੀਂ ਮੰਨਦੇ ਤਾਂ, ਲੋਕੀ ਮੰਨਦੇ ਤਾਂ, ਅਸੀਂ ਤਾਂ ਚਲੋ ਮੰਨਣਾ ਨਹੀਂ ਸੀ, ਲੋਕੀ ਸਾਨੂੰ ਤੋਬਾ ਲਾ ਦੇਣਗੇ ਵੀ ਹਾਂ ਇਹ ਕਾਂਗਰਸੀ ਹੈ ਤਾਂ ਕਰਕੇ ਕਹਿ ਰਹੇ ਕੌਣ MP। ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਵੀ ਲੋਕੀ ਕਹਿ ਰਹੇ ਨੇ ਵੀ ਕੌਣ ਹੈ ਇਹ। ਤੁਹਾਨੂੰ ਲੱਗਦਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ? ਬਿਲਕੁਲ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ। ਇਹੋ ਜਿਹਾ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ, ਉਹ ਇਹ ਸੋਚ ਰਹੇ ਨੇ ਕਿ ਕਿਹੜੀ ਘੜੀ ਨੂੰ ਇਹ ਵਕਤ ਪਾ ਲਿਆ ਆਪਣੇ ਗੱਲ ਦੇ ਵਿੱਚ, ਕਿਹੜੀ ਘੜੀ ਨੂੰ ਆਪਾਂ ਇਹੋ ਜਿਹੇ ਬੰਦਿਆਂ ਨੂੰ ਇੱਥੇ ਲੈਣ ਦਾ। ਕਿਉਂਕਿ ਇਹ ਜਿਹੜੇ ਲੋਕੀ ਨੇ ਇਹ ਟੀਵੀਆਂ 'ਚ ਹੀ ਸੋਹਣੇ ਲੱਗਦੇ ਨੇ, ਇਹਨਾਂ ਵਾਸਤੇ ਇਹੋ ਜਿਹੇ ਗ੍ਰਾਸ ਰੂਟ ਲੈਵਲ ਤੇ ਕੰਮ ਕਰਨ ਵਾਸਤੇ ਇਹ ਨਹੀਂ ਜੰਮੇ। ਇਹਨਾਂ ਨੂੰ ਇਹ ਸਿਰਫ ਇਹ ਥੋਪਾ ਥਾਪੀ ਨਾਲ ਹੀ ਆਪਣਾ ਜਿਹੜਾ ਹੈਗਾ ਉਹ ਉੱਥੋਂ ਤੱਕ ਹੀ ਸੀਮਿਤ ਰਹਿ ਸਕਦੇ। ਇਹਨਾਂ ਦੇ ਕੰਮ ਦਾ ਜਿਹੜਾ ਹੈਗਾ, ਇਹਨਾਂ ਦੇ ਕੰਮਾਂ ਦੇ ਆਧਾਰ ਤੇ ਇਹਨਾਂ ਨੂੰ ਲੋਕੀ ਪਸੰਦ ਨਹੀਂ ਕਰਨਗੇ। ਠੀਕ ਹੈ, ਚੰਮ ਹਮੇਸ਼ਾ ਨਹੀਂ ਰਹਿੰਦਾ, ਪਰ ਠੀਕ ਹੈ, ਮੈਨੂੰ ਤਾਂ, ਮੈਂ ਤੇ ਅੱਜ ਤੱਕ ਲੋਪ ਹੀ ਕਵਾਂਗੀ, ਮੈਂ ਤਾਂ ਮੰਨਦੀ ਨਹੀਂ ਉਹਨਾਂ ਨੂੰ MP। ਜੀ ਮੈਡਮ, ਮੇਰਾ ਆਖਰੀ ਸਵਾਲ ਹੈ ਹੁਣ ਕਿ ਜੇ ਮੰਨ ਲਓ ਪਾਰਟੀ ਤੁਹਾਨੂੰ ਟਿਕਟ ਦੇ ਦਿੰਦੀ ਹੈ, ਜਿਸ ਤਰ੍ਹਾਂ ਤੁਸੀਂ ਖੁਦ ਕਿਹਾ, ਜੋ ਇਸ ਵੇਲੇ ਕਾਂਗਰਸ ਦੇ ਹਾਲਾਤ ਨੇ ਸੁਜਾਨਪੁਰ ਦੇ, ਕਿਸ ਤਰ੍ਹਾਂ ਮੈਨੇਜ ਕਰੋਗੇ? ਕਿਉਂਕਿ ਪਿਛਲੀ ਵਾਰ ਵੀ ਇਸ ਚੀਜ਼ ਦਾ ਨੁਕਸਾਨ ਕਿਤੇ ਨਾ ਕਿਤੇ ਕਾਂਗਰਸ ਨੂੰ ਹੋਇਆ ਔਰ ਫਾਇਦਾ BJP ਨੂੰ ਹੋਇਆ। ਤੁਸੀਂ ਕਿਸ ਤਰ੍ਹਾਂ ਮੈਨੇਜ ਕਰੋਗੇ? ਦੇਖੋ ਇਹ ਜਿਹੜੀਆਂ ਵੀ ਸਿਆਸੀ ਚੀਜ਼ਾਂ ਚੱਲਦੀਆਂ ਨੇ, ਕਿਉਂਕਿ ਟਿਕਟਸ ਜਿਹੜੀਆਂ ਹੁੰਦੀਆਂ ਨੇ ਇਹ ਕੋਈ ਈਜ਼ੀ ਟਾਰਗੇਟ ਨਹੀਂ ਹੁੰਦਾ। ਤੁਹਾਨੂੰ ਪਾਰਟੀ ਦੇ ਨਾਲ ਆਪਣੇ ਆਪ ਨੂੰ ਘਾਲਣਾ ਪੈਂਦਾ, ਤੁਹਾਨੂੰ ਪਾਰਟੀ ਨੂੰ ਆਪਣਾ ਆਪ ਦੱਸਣਾ ਪੈਂਦਾ ਕਿ ਤੁਸੀਂ ਕਿੰਨੇ ਕੁ ਵਫਾਦਾਰ ਸਿਪਾਹੀ ਹੋ ਆਪਣੀ ਪਾਰਟੀ ਦੇ। ਅਸੀਂ ਸਾਰੇ ਇਕੱਠੇ ਹਾਂ, ਕੋਈ ਇਹੋ ਜਿਹੀ ਗੱਲ ਹੀ ਨਹੀਂ ਮੈਂ ਉਹਨਾਂ ਨਾਲ ਆ ਉਹ ਮੇਰੇ ਨਾਲ ਨੇ, ਇਹੋ ਜਿਹਾ ਕੋਈ ਵੀ ਨਹੀਂ ਗੱਲ ਹੈਗੀ। ਔਰ ਅਸੀਂ ਜੇ ਕਿਸੇ ਹੋਰ ਨੂੰ ਵੀ ABC ਕਿਸੇ ਨੂੰ ਵੀ ਜੇ ਪਾਰਟੀ ਇਸ ਚੀਜ਼ ਤੇ ਨੁਮਾਇੰਦਾ ਬਣਾਉਂਦੀ ਹੈ ਤੇ ਅਸੀਂ ਉਹਦੇ ਨਾਲ ਖਲੋਤੇ, ਐਡੀ ਕਿਹੜੀ ਗੱਲ ਹੈ। 2022 ਹੈ, 2022 ਤੋਂ ਬਾਅਦ 24 ਵੀ ਆਣੀ ਹੈ, 27 ਵੀ ਆਣੀ ਹੈ। ਅਸੀਂ ਕਾਂਗਰਸ ਵਰਕਰ ਹਾਂ, ਸਾਡੇ ਖੂਨ ਦੇ ਵਿੱਚ ਕਾਂਗਰਸ ਆ, ਔਰ ਅਸੀਂ ਹਮੇਸ਼ਾ ਕਾਂਗਰਸ ਦੇ ਨਾਲ ਆਪਣਾ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖਲੋਤੇ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ TNN ਨੂੰ ਦਿੱਤਾ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ। ਤੇ ਬਿਲਕੁਲ ਪੋਜ਼ਿਟਿਵ ਸੋਚ ਹੈ ਉਹਨਾਂ ਦੀ ਕਿ ਪਾਰਟੀ ਜਿਸ ਨੂੰ ਵੀ ਟਿਕਟ ਦੇਗੀ ਇਹ ਉਹਨਾਂ ਦੇ ਨਾਲ ਨੇ। ਪਰ ਇੱਕ ਵੱਡੀ ਗੱਲ ਹੈ ਕਿ ਹਰ ਵਾਰ ਅਗਰ ਇੱਕ ਪੁਰਸ਼ ਕੈਂਡੀਡੇਟ ਅਗਰ ਆਉਂਦਾ ਹੈ ਜਾਂ ਦਾਅਵੇਦਾਰੀ ਰੱਖਦਾ ਹੈ ਤੇ ਗੱਲ ਮੰਨੀ ਜਾ ਸਕਦੀ ਹੈ ਕਿ ਕਿਸ ਨੂੰ ਟਿਕਟ ਮਿਲਣੀ ਹੈ। ਪਰ ਇਸ ਵੇਲੇ ਸਾਰੇ ਜਿੰਨੇ ਵੀ ਪੁਰਸ਼ ਕੈਂਡੀਡੇਟ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਇਸ ਵੇਲੇ ਮੈਦਾਨ ਦੇ ਵਿੱਚ
ਮਹਿਲਾ ਕੈਂਡੀਡੇਟ ਵੀ ਹੈਗੀ ਹੈ। ਜਦਕਿ ਉਹਨਾਂ ਦਾ ਕਹਿਣਾ ਕਿ ਕਿਸੇ ਅਗਰ ਮਹਿਲਾ ਡਿਜ਼ਰਵ ਕਰਦੀ ਹੈ ਤਾਂ ਕਿਸੇ ਹੋਰ ਮਹਿਲਾ ਨੂੰ ਵੀ ਦੇ ਦਿਓ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਬਟ ਬੜੀ ਪੋਜ਼ਿਟਿਵ ਸੋਚ ਔਰ ਧਾਰ ਦੇ ਇਲਾਕੇ ਦੇ ਬੜੀ ਡੂੰਘਾਈ ਦੇ ਨਾਲ ਨਬਜ਼ਾਂ ਫੜਦੇ ਹੋਏ ਹਰਸਿਮਰਤ ਕੌਰ ਬਾਜਵਾ। ਕੈਮਰਾਮੈਨ ਮੁਨੀਸ਼ ਨਾਲ ਸੰਜੀਵ ਮੰਗੋਤਰਾ, TNN ਧਾਰ ਬਲਾਕ ਪਠਾਨਕੋਟ।